ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾ। ਅਣਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ। ਮਿਰਤਕ ਦੇਹੀ ਸਾਧ ਸੰਗ ਬਿਹੁਨਾ, ਆਵਤ ਜਾਤ ਜੋਨੀ ਦੁਖ ਖੀਨਾ। ਰਹਾਉ ਅਨਕ ਬਸਤਰ ਸੁੰਦਰ ਪਹਿਰਾਇਆ, ਜਿਉ ਡਰਨਾ ਖੇਤ ਮਾਹੇ ਡਰਾਇਆ। ਸਗਲ ਸਰੀਰ ਆਵਤ ਸਭ ਕਾਮ, ਨਹਿਫਲ ਮਾਨੁਖ ਜਪੈ ਨਹੀਂ ਨਾਮ। ਕਹੋ ਨਾਨਕ ਜਾ ਕੋ ਭਈ ਦਇਆਲਾ, ਸਾਧ ਸੰਗ ਮਿਲ ਭਜੈ ਗੋਪਾਲਾ। ਕਹੋ ਨਾਨਕ ਜਾ ਕੋ ਭਈ ਦਇਆਲਾ, ਸਾਧ ਸੰਗ ਮਿਲ ਭਜੈ ਗੋਪਾਲਾ। ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ। ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ, ਹੈ ਪੀ ਸਚ ਨਾਨਕ ਹੋਸੀ ਪੀ ਸਚ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਸੁਕੇ ਕਾਸਟ ਹਰਿਆ, ਫਰੀਦਾ ਚਾਰ ਗਵਾਇਆ ਹੰਡ ਕੇ। ਚਾਰ ਗਵਾਇਆ ਸਮ, ਲਿਖਾ ਰੱਬ ਮੰਗਿਸਿਆ। ਤੂੰ ਆਹੋ ਕੇਰੇ ਕੰਮ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਆਓ ਵਡਭਾਗੇ ਹਾਂ। ਸਤਿਗੁਰੂ ਨੇ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਪਾਵਨ ਇਲਾਹੀ ਬਾਣੀ ਦੇ ਨਿਤਨੇਮ ਸਰਵਣ ਕਰਕੇ ਜੀਵਨ ਦੇ ਲਾਹੇ ਪ੍ਰਾਪਤ ਕਰ ਰਹੇ ਹਾਂ। ਗੁਰੂ ਚਰਨਾਂ ਵਿੱਚ ਨਤਮਸਤਕ ਹੋਈਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਲੜੀਵਾਰ ਗੁਰਬਾਣੀ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਅੱਜ ਦਾ ਜੋ ਪਾਵਨ ਸ਼ਬਦ ਸਰਵਣ ਕੀਤਾ ਹੈ, ਪਾਵਨ ਅੰਗ 190 ਦੇ ਉੱਪਰ ਗੌੜੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਮੁਖਾਰਬਿੰਦ ਤੋਂ ਸ਼ਬਦ ਉਚਾਰਨ ਕਰਦੇ ਹਨ। ਗੌੜੀ ਮਹੱਲਾ ਪੰਜਵਾ। ਅਨਿਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਧਿਓ ਜੋਰ। ਮਿਰਤਕ ਦੇਹ ਸਾਧ ਸਿੰਘ ਬਿਹੁਨਾ, ਆਵਤ ਜਾਤ ਜੋਨੀ ਦੁਖ ਖੀਨਾ। ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਦੋ ਮਨੁੱਖਾਂ ਦੀ ਗੱਲ ਕਰਦੇ। ਇੱਕ ਤੇ ਜਿਨ੍ਹਾਂ ਨੇ ਨਾਮ ਤੋਂ ਬਿਹੁਨੇ ਰਹਿ ਕੇ ਜ਼ਿੰਦਗੀ ਨੂੰ ਅਜ਼ਾਈਂ ਗਵਾ ਲਿਆ। ਇੱਕ ਜਦੋਂ ਮਾਲਕ ਦੀ ਕਿਰਪਾ ਹੁੰਦੀ ਹੈ, ਉਸ ਮਾਲਕ ਦਾ ਨਾਮ ਜਪਿਆ ਜਾਂਦਾ ਹੈ, ਫਿਰ ਮਨੁੱਖ ਦੀ ਜ਼ਿੰਦਗੀ ਕਿੱਦਾਂ ਦੀ ਬਣ ਜਾਂਦੀ ਹੈ।
ਕਿਉਂਕਿ ਦੋ ਤਰ੍ਹਾਂ ਦੇ ਇਨਸਾਨ ਸੰਸਾਰ ਤੇ ਆਉਂਦੇ ਆ। ਇੱਕ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਮੂਲ ਨੂੰ ਸਮਝਿਆ ਨਹੀਂ। ਸਵਾਸ ਮਿਲੇ, ਸਰੀਰ ਮਿਲਿਆ, ਮਨੁੱਖਾ ਦੇਹੀ ਮਿਲੀ, ਪਰ ਬਰਬਾਦ ਕਰ ਲਈ। ਪਾਤਸ਼ਾਹ ਕਹਿੰਦੇ ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਬਾਬਾ ਫਰੀਦ ਸਾਹਿਬ ਜੀ ਦਾ ਪਾਵਨ ਸ਼ਬਦ ਹੈ, ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੀਸੀਆ ਤੂੰ ਆਹੋਂ ਕਿਹੜੇ ਕੰਮ। ਕਿਹੜੇ ਕੰਮ ਸਰੀਰ ਆਇਆ ਇਹ ਨਹੀਂ ਪਤਾ, ਕਿਵੇਂ ਚਲਿਆ ਗਿਆ ਇਹ ਵੀ ਨਹੀਂ ਪਤਾ, ਕਦੋਂ ਜ਼ਿੰਦਗੀ ਦੇ ਕੀਮਤੀ ਸਵਾਸ ਬਰਬਾਦ ਹੋ ਗਏ ਇਹ ਵੀ ਨਹੀਂ ਪਤਾ। ਭਾਵ ਜਿਹੋ ਜਿਹਾ ਸੰਸਾਰ ਤੇ ਆਇਆ, ਜਿਹੋ ਜਿਹਾ ਨਾ ਆਇਆ। ਤੇ ਦੂਜਾ ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹਨੂੰ ਸਵਾਸ ਉਦਾਂ ਦੇ ਹੀ ਮਿਲੇ, ਸਰੀਰ ਵੀ ਉਦਾਂ ਦਾ ਮਿਲਿਆ, ਮਨੁੱਖਾ ਦੇਹੀ ਸਾਰਾ ਕੁਝ ਉਦਾਂ ਦਾ ਹੀ ਮਿਲਿਆ, ਪਰ ਉਹਨੇ ਆਪਣੇ ਮੂਲ ਨੂੰ ਸਮਝਿਆ, ਸਿਧਾਂਤ ਨੂੰ ਸਮਝਿਆ। ਸਤਿਗੁਰੂ ਕਹਿੰਦੇ ਮਾਲਕ ਦੇ ਨਾਮ ਨਾਲ ਪ੍ਰੀਤ ਪਾਈ, ਸਵਾਸ ਸਵਾਸ ਉਹਦਾ ਨਾਮ ਜਪਣਾ ਕੀਤਾ, ਕਿਉਂਕਿ ਉਸ ਨਾਮ ਦੇ ਨਾਲ ਉਹਦੀ ਸੋਭਾ ਹੋਈ। ਤੇ ਸਤਿਗੁਰੂ ਕਹਿੰਦੇ ਉਹਨੇ ਆਪਣੀ ਜ਼ਿੰਦਗੀ ਨੂੰ ਸਫਲਾ ਬਣਾ ਲਿਆ, ਆਪਣੇ ਸਵਾਸਾਂ ਨੂੰ ਸਫਲਾ ਬਣਾ ਲਿਆ। ਆਪਣੀ ਜ਼ਿੰਦਗੀ ਦੇ ਮੂਲ ਨੂੰ ਸਮਝਿਆ ਤੇ ਉਸ ਮਾਲਕ ਨਿਰੰਕਾਰ ਦੇ ਨਾਲ ਸਾਂਝ ਪਾਈ। ਤਾਂ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਨਾ, ਸਤਿਗੁਰੂ ਕਹਿੰਦੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਆਪਣਾ ਮੁਖ ਇਸ ਸੰਸਾਰ ਤੋਂ ਉਜਲਾ ਕਰਕੇ ਲੈ ਕੇ ਗਿਆ, ਕਿਉਂਕਿ ਉਹਨੇ ਸਮਝ ਲਿਆ ਕਿ ਮਾਲਕ ਤੋਂ ਬਿਨਾ, ਸਾਧ ਸੰਗਤ ਤੋਂ ਬਿਨਾ ਜ਼ਿੰਦਗੀ ਜਿਹੜੀ ਹੈ ਸਖਣੀ ਹੈ। ਇਸ ਪਾਵਨ ਸ਼ਬਦ ਦਾ ਮੂਲ ਵੀ ਇਹੀ ਹੈ। ਪਾਤਸ਼ਾਹ ਕਹਿੰਦੇ ਮਿਰਤਕ ਦੇਹ ਸਾਧ ਸੰਗ ਵਿਹੂਣਾ। ਸਤ ਸੰਗਤ ਤੋਂ ਖੁੰਝਿਆ ਹੋਇਆ ਬੰਦਾ ਮਰਿਆਂ ਦੇ ਸਮਾਨ ਹੈ। ਜਿਹੋ ਜੀ ਉਹਦੀ ਜ਼ਿੰਦਗੀ ਹੈ, ਜਿਹੋ ਜੀ ਨਾ ਹੈ, ਜਿਹੋ ਜਿਹਾ ਸੰਸਾਰ ਤੇ ਆਇਆ, ਜਿਹੋ ਜਿਹਾ ਨਾ ਆਇਆ, ਸਤਿਗੁਰੂ ਪਾਤਸ਼ਾਹ ਕਹਿੰਦੇ ਮਰਿਆਂ ਦੇ ਬਰਾਬਰ ਹੈ। ਕਿਉਂਕਿ ਸੰਗਤ ਦਾ ਬੜਾ ਵੱਡਾ ਅਹਿਮ ਰੋਲ ਹੈ ਜ਼ਿੰਦਗੀ ਵਿੱਚ। ਇੱਕ ਸੰਗਤ ਮਾੜੀ ਹੁੰਦੀ ਹੈ ਜਿਹੜੀ ਬੰਦੇ ਦੀ ਜ਼ਿੰਦਗੀ ਨੂੰ ਡੋਬ ਦਿੰਦੀ ਹੈ, ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਇੱਕ ਸੰਗਤ ਐਸੀ ਹੈ ਜਿਹੜੀ ਚੰਗੀ ਹੈ, ਜਿਸ ਦੀ ਸੰਗਤ ਦੇ ਵਿੱਚੋਂ ਮਾੜੇ ਤੋਂ ਮਾੜਾ, ਪਾਪੀ ਤੋਂ ਪਾਪੀ ਬੰਦਾ ਵੀ ਤਰ ਜਾਂਦਾ ਹੈ। ਇਸੇ ਕਰਕੇ ਕਬੀਰ ਸਾਹਿਬ ਜੀ ਨੇ ਕਿਹਾ, ਕਹਿੰਦੇ ਜੇ ਤੂੰ ਜ਼ਿੰਦਗੀ ਵਿੱਚ ਸੰਗਤ ਕਰਨੀ ਚਾਹੁੰਦਾ ਨਾ, ਤਾਂ ਐਸੇ ਇਨਸਾਨ ਦੀ ਸੰਗਤ ਕਰੀ, ਐਸੇ ਰੱਬ ਨਾਲ ਜੁੜੇ ਹੋਏ ਦੀ ਜਪਣ ਵਾਲਿਆਂ ਦੀ ਸੰਗਤ ਕਰੀ। ਕਬੀਰ ਸੰਗਤ ਕਰੀਏ ਸਾਧ ਕੀ, ਦਿਨ ਦਿਨ ਦੂਣਾ ਹੇਤ। ਕਹਿੰਦੇ ਦੇਖੀ ਫਿਰ ਤੇਰੇ ਜੀਵਨ ਦਾ ਸਵਾਦ ਦਿਨ ਪ੍ਰਤੀ ਦਿਨ ਕਿਵੇਂ ਆਨੰਦਦਾਇਕ ਹੁੰਦਾ ਹੈ। ਕਿਉਂਕਿ ਜਿਹੋ ਜੀ ਸੰਗਤ ਵਿਦਵਾਨ ਕਹਿੰਦੇ ਐ, ਸਿਆਣੇ ਸੱਜਣ ਕਹਿੰਦੇ ਐ, ਜਿਹੋ ਜੀ ਸੰਗਤ ਬੰਦਾ ਕਰਦਾ ਹੈ ਉਦਾਂ ਦੀ ਇਹਦੀ ਜ਼ਿੰਦਗੀ ਬਣ ਜਾਂਦੀ ਹੈ, ਉਦਾਂ ਦਾ ਇਹਦਾ ਜੀਵਨ ਬਣ ਜਾਂਦਾ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜੇ ਚੋਰ ਕੋਲ ਬੈਠੇਗਾ ਤੇ ਚੋਰੀ ਕਰਨ ਲੱਗ ਜਾਏਗਾ, ਜੇ ਰਾਜਨੀਤਿਕ ਬੰਦੇ ਕੋਲ ਬੈਠੇਗਾ ਤੇ ਰਾਜਨੀਤੀ ਸਿੱਖੇਗਾ, ਵਿਦਵਾਨ ਕੋਲ ਬੈਠੇਗਾ ਤੇ ਵਿਦਵਾਨ ਬਣੇਗਾ, ਕਿਸਾਨ ਕੋਲ ਬੈਠੇਗਾ ਤੇ ਕਿਸਾਨ ਬਣੇਗਾ। ਜਿੱਦਾਂ ਦੀ ਜ਼ਿੰਦਗੀ ਦੇ ਵਿੱਚ ਸੰਗਤ ਕਰੇਗਾ, ਉਦਾਂ ਦੀ ਇਹਦੇ ਜੀਵਨ ਦੀ ਘਾੜਤ ਘੜੀ ਜਾਣੀ ਹੈ। ਇਸੇ ਕਰਕੇ ਵਰਜਤ ਵੀ ਕੀਤਾ। ਕਬੀਰ ਸਾਹਿਬ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਐ, ਦੂਰ ਹੈ ਜਾਈਐ ਭਾਗ, ਬਾਸਨ ਕਾਰੂ ਪਰਸੀਐ ਤਉ ਕਛ ਲਾਗੈ ਦਾਗ। ਜਿੱਥੇ ਪਾਤਸ਼ਾਹ ਨੇ, ਜਿੱਥੇ ਭਗਤਾਂ ਨੇ ਇਹ ਹਦਾਇਤ ਕੀਤੀ ਕਿ ਜ਼ਿੰਦਗੀ ਵਿੱਚ ਸੰਗਤ ਕਿਹਨਾਂ ਦੀ ਕਰਨੀ ਹੈ, ਜਪਣ ਵਾਲਿਆਂ ਦੀ, ਜੁੜਨ ਵਾਲਿਆਂ ਦੀ, ਜੋੜਨ ਵਾਲਿਆਂ ਦੀ, ਪਰ ਉਪਕਾਰ ਕਰਨ ਵਾਲਿਆਂ ਦੀ। ਤੇ ਉਥੇ ਨਾਲ ਨਾਲ ਗੁਰਬਾਣੀ ਵਿੱਚ ਵਰਜਤ ਵੀ ਕੀਤਾ ਕਿ ਕਿਹਨਾਂ ਦੀ ਸੰਗਤ ਨਹੀਂ ਕਰਨੀ। ਕਿਹਨਾਂ ਦੀ ਸੰਗਤ ਜਿਹੜੀ ਹੈ ਤੇਰੇ ਜੀਵਨ ਨੂੰ ਬਰਬਾਦ ਕਰ ਦੇਵੇਗੀ। ਵਿਦਵਾਨ ਕਹਿੰਦਾ ਜੂਏ ਚੋਰਾਂ ਕੋਲ ਬੈਠੇ ਤੇ ਕਰਨ ਲੱਗੇ ਚੋਰੀਆਂ ਨੂੰ, ਜੂਏ ਹਾਰ ਕੋਲ ਬੈਠੇ ਪੱਟੇ ਘਰ ਬਾਰ, ਸਾਰਾ ਅਮਲੀ ਦੀ ਸੋਭਤਾ ਲਗਾਵੇ ਫੀਮ ਖਾਵਣੇ। ਜਿੱਦਾਂ ਦੀ ਸੰਗਤ ਕਰੇਗਾ ਉਦਾਂ ਦੀ ਰੰਗਤ ਜੀਵਨ ਨੂੰ ਮਿਲੇਗੀ।
ਇਸੇ ਕਰਕੇ ਵਰਜਿਤ ਕੀਤਾ। ਕਹਿੰਦੇ ਇਦਾਂ ਦੀ ਸੰਗਤ ਨਾ ਕਰੀ ਜਿਹਦੇ ਨਾਲ ਜ਼ਿੰਦਗੀ ਦਾ ਸਾਰਾ ਆਨੰਦ ਖਰਾਬ ਹੋ ਜਾਵੇ, ਰਸ ਖਰਾਬ ਹੋ ਜਾਵੇ। ਤੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਵਿੱਚ ਇਹੀ ਮੂਲ ਸਿਧਾਂਤ ਜਿਹੜਾ ਸਾਨੂੰ ਸਮਝਾਉਣ ਦਾ ਯਤਨ ਕਰਦੇ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਸਤ ਸੰਗਤ ਦਾ, ਸਾਧ ਸੰਗਤ ਦਾ ਅਹਿਮ ਰੋਲ ਕੀ ਹੈ। ਅਨਿਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੀਵਰੀ ਬਾਂਧਿਓ ਚੋਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਨਕ ਰਸਾ ਖਾਏ ਜੈਸੇ ਢੋਰ। ਕਹਿੰਦੇ ਜ਼ਿੰਦਗੀ ਦੇ ਵਿੱਚ ਬੜੇ ਸਵਾਦਲੇ ਭੋਜਨ ਖਾਧੇ, ਬੜੇ ਤਰ੍ਹਾਂ ਦਾ ਸਵਾਦ ਇਸ ਜੀਭਾ ਨੇ ਚਖਿਆ, ਪਰ ਕਹਿੰਦੇ ਇਹ ਜੀਭਾ ਦਾ ਹਾਲ ਇਦਾਂ ਦਾ ਹੈ ਜਿਵੇਂ ਅੱਗ ਦੇ ਵਿੱਚ ਆਪਾਂ ਅਨੇਕਾਂ ਤਰ੍ਹਾਂ ਦੀਆਂ ਲੱਕੜਾਂ ਸੁੱਟ ਦਿੰਦੇ ਹਾਂ, ਪਰ ਅੱਗ ਕਦੇ ਮਨਾ ਨਹੀਂ ਕਰਦੀ ਕਿ ਮੈਂ ਰੱਜ ਗਈ। ਜਿੰਨੀਆਂ ਅੱਗ ਦੇ ਵਿੱਚ ਲੱਕੜਾਂ ਪਾਈ ਜਾਵਾਂਗੇ ਉਹਨੇ ਓਨੀਆਂ ਸਾੜਦੇ ਜਾਣਾ, ਓਨੀਆਂ ਕੋਲੇ ਬਣਾਉਂਦੇ ਜਾਣੇ, ਓਨੀਆਂ ਹੀ ਲੱਕੜਾਂ ਉਹਨੇ ਸਵਾਹ ਕਰਦੇ ਜਾਣਾ। ਜਿੰਨੀਆਂ ਲੱਕੜਾਂ ਅਸੀਂ ਅੱਗ ਦੇ ਵਿੱਚ ਸੁੱਟੀ ਜਾਵਾਂਗੇ ਉਹਨੇ ਖਤਮ ਕਰਦੇ ਜਾਣਾ, ਕਦੇ ਉਹਨੇ ਮਨਾ ਨਹੀਂ ਕਰਨਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਮਨੁੱਖ ਦੀ ਜਿਹੜੀ ਜ਼ਿੰਦਗੀ ਹੈ ਨਾ, ਮਨੁੱਖ ਦੀ ਆਸ਼ਾ ਦੀ ਬਾਲਟੀ ਇੰਨੀ ਵੱਡੀ ਹੈ ਜਿਹਦੇ ਹੇਠਾਂ ਥੱਲਾ ਕੋਈ ਨਹੀਂ। ਜਿੰਨੀਆਂ ਮਰਜ਼ੀ ਵਸਤੂਆਂ ਇਹਦੇ ਵਿੱਚ ਪਾਉਂਦੇ ਜਾਈਏ, ਪਾਉਂਦੇ ਜਾਈਏ, ਪਾਉਂਦੇ ਜਾਈਏ, ਕਹਿੰਦੇ ਉਹ ਸਾਰੀ ਖਾਲੀ ਹੁੰਦੀ ਜਾਂਦੀ ਹੈ। ਕਦੇ ਵੀ ਇਸ ਮਨੁੱਖ ਦੀ ਆਸਾ ਦੀ ਤ੍ਰਿਸ਼ਨਾ ਜਿਹੜੀ ਹੈ ਇਹ ਪੂਰੀ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਕੀਤੇ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸਹਿਸ ਸਿਆਣਪਾਂ ਲੱਖ ਹੋਏ, ਤਾਂ ਇਕ ਨਾ ਛੱਲੇ ਨਾ। ਪਾਤਸ਼ਾਹ ਨੇ ਸ਼ਬਦ ਕਹੇ, ਸਵਾਦੀ ਜੀਵ ਨਾ ਰੱਜੀਆਂ, ਕਰ ਭੋਗ ਵਿਲਾਸੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹਾਸੇ। ਕਹਿੰਦੇ ਨਾ ਸਵਾਦ ਦੇ ਨਾਲ ਜੀਭਾ ਰੱਜੀ ਤੇ ਨਾ ਦੁਨੀਆ ਦੇ ਸਵਾਦ ਲੈ ਲੈ ਕੇ ਇਹ ਮਨ ਰੱਜਿਆ, ਮਨ ਸਾਰੀ ਉਮਰ ਭੁੱਖੇ ਦਾ ਭੁੱਖਾ ਰਿਹਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਅਨੇਕ ਰਸਾ ਖਾਏ ਜੈਸੇ ਢੋਰ। ਹੁਣ ਰਸ ਕੀ ਹੈ? ਬਾਣੀ ਦਾ ਪਾਵਨ ਸ਼ਬਦ ਹੈ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਬਾਸ। ਜੀਵ ਦੇ ਰਸ ਵੀ ਪਾਤਸ਼ਾਹ ਨੇ ਦੱਸੇ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਸਰੀਰ ਦੇ ਰਸ ਵੀ ਦੱਸੇ ਹੈ। ਸਤਿਗੁਰੂ ਕਹਿੰਦੇ ਸਾਰੀ ਉਮਰ ਖਾਣ ਦੇ ਵਿੱਚ ਲੰਘਾ ਦਿੱਤੀ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ। ਨਾ ਜੀਵਨ ਦੇ ਮੂਲ ਨੂੰ ਸਮਝਿਆ, ਨਾ ਜ਼ਿੰਦਗੀ ਦੇ ਮਨੋਰਥ ਨੂੰ ਸਮਝਿਆ, ਨਾ ਇਸ ਜ਼ਿੰਦਗੀ ਨੂੰ ਸਫਲਾ ਕਰਨ ਬਾਰੇ ਸੋਚਿਆ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਅਨਕ ਰਸਾ ਖਾਏ ਜੈਸੇ ਢੋਰ। ਢੋਰ ਕਹਿੰਦੇ ਆ ਪਸ਼ੂ ਨੂੰ, ਜਿਵੇਂ ਪਸ਼ੂ ਜਾਨਵਰ ਪੰਛੀ ਖਾਣ ਪੀਣ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਆ। ਪਸ਼ੂ ਹਰਾ ਚਾਰਾ ਖਾ ਕੇ ਕਹਿੰਦੇ ਆਪਣੇ ਜੀਵਨ ਦੇ ਵਿੱਚ ਮਸਤ ਰਹਿੰਦਾ, ਨਾ ਉਹਨੂੰ ਅੱਗੇ ਦਾ ਸਵਾਰਨ ਦਾ ਕੋਈ ਫਿਕਰ ਹੈ, ਨਾ ਉਹਨੂੰ ਪਿੱਛੇ ਦਾ ਸਵਾਰਨ ਦਾ ਕੋਈ ਫਿਕਰ ਹੈ। ਉਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਮਨੁੱਖ ਦੀ ਜ਼ਿੰਦਗੀ ਹੋ ਜਾਂਦੀ ਹੈ ਨਾਮ ਤੋਂ ਵੀ ਹੋਣਾ ਹੋ ਕੇ। ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਧਿਓ ਚੋਰ। ਜਿਵੇਂ ਸਤਿਗੁਰੂ ਜੀ ਅਗਲੀ ਉਦਾਹਰਣ ਬਖਸ਼ਿਸ਼ ਕਰਦੇ ਆ, ਕਹਿੰਦੇ ਇਸ ਤਰੀਕੇ ਨਾਲ ਇਹਨਾਂ ਰਸਾਂ ਦੇ ਵਿੱਚ ਬੰਨਿਆ ਗਿਆ ਜਿਵੇਂ ਇੱਕ ਚੋਰੀ ਕਰਦਾ ਬੰਦਾ ਫੜਿਆ ਜਾਵੇ ਨਾ, ਤੇ ਉਹਨੂੰ ਤਕੜੀ ਰੱਸੀ ਦੇ ਨਾਲ ਬੰਨ੍ਹ ਦਿੱਤਾ ਜਾਂਦਾ ਕਿਸੇ ਨਾ ਕਿਸੇ ਚੀਜ਼ ਦੇ ਨਾਲ। ਬੰਨ੍ਹਣ ਦਾ ਕਾਰਨ ਕੀ ਹੁੰਦਾ ਕਿ ਇਹ ਭੱਜ ਨਾ ਜਾਵੇ, ਛੁੱਟ ਕੇ ਇਹ ਚਲਿਆ ਨਾ ਜਾਵੇ, ਇਹਨੂੰ ਬਣਦਾ ਦੰਡ ਦਿੱਤਾ ਜਾਵੇਗਾ, ਇਸ ਕਰਕੇ ਉਹਨੂੰ ਬੰਨਿਆ ਜਾਂਦਾ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਸ ਚੋਰ ਦੀ ਤਰ੍ਹਾਂ ਇਹ ਮਨੁੱਖ ਵੀ ਮੋਹ ਦੀ ਜੰਜੀਰ ਦੇ ਨਾਲ ਬੰਨਿਆ ਹੋਇਆ, ਇਸ ਸੰਸਾਰ ਨੂੰ ਛੱਡ ਕੇ ਰਾਜੀ ਨਹੀਂ, ਇਹਨਾਂ ਰਸਾਂ ਨੂੰ ਛੱਡ ਕੇ ਰਾਜੀ ਨਹੀਂ। ਇਹਨਾਂ ਸਤਿਗੁਰੂ ਕਹਿੰਦੇ ਝੂਠੇ ਰਸਾਂ ਦੇ ਵਿੱਚ ਇਹਨੇ ਆਪਣੀ ਜ਼ਿੰਦਗੀ ਨੂੰ ਜਕੜਿਆ ਹੋਇਆ। ਬਣਾਏ ਸੀ ਇਹ ਜੰਜਾਲ ਸੁੱਖ ਲੈਣ ਵਾਸਤੇ, ਪਰ ਇਹ ਦੁੱਖਾਂ ਦਾ ਕਾਰਨ ਬਣ ਕੇ ਇੱਕ ਮੱਕੜੀ ਜਾਲ ਬੁਣਦੀ ਹੈ ਆਪਣੇ ਸੁੱਖ ਵਾਸਤੇ, ਆਪਣੇ ਸ਼ੌਕ ਵਾਸਤੇ, ਆਪਣੀ ਸਹੂਲਤ ਵਾਸਤੇ, ਪਰ ਅਖੀਰ ਉਹ ਉਸੇ ਜਾਲ ਦੇ ਵਿੱਚ ਫਸ ਕੇ ਆਪਣਾ ਅੰਤ ਕਰ ਲੈਂਦੀ ਹੈ। ਇਸੇ ਤਰ੍ਹਾਂ ਸਤਿਗੁਰੂ ਪਹਿਲੀ ਪੰਕਤੀ ਵਿੱਚ ਇਹ ਸਮਝਾਉਂਦੇ ਆ। ਪਾਤਸ਼ਾਹ ਕਹਿੰਦੇ ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਧਿਓ ਚੋਰ। ਇਸੇ ਤਰ੍ਹਾਂ ਮੱਕੜੀ ਦੇ ਜਾਲ ਵਾਂਗ ਆਪਣੇ ਹੀ ਬੁਣੇ ਹੋਏ ਜਾਲ ਦੇ ਵਿੱਚ, ਮੋਹ ਦੇ ਜਾਲ ਦੇ ਵਿੱਚ ਪਾਤਸ਼ਾਹ ਕਹਿੰਦੇ ਇਹ ਜੀਵ ਬੰਨਿਆ ਜਾਂਦਾ ਹੈ।
ਮਿਰਤਕ ਦੇਹ ਸਾਧ ਸੰਗ ਬਿਹੁਨਾ। ਤੇ ਸਤਿਗੁਰੂ ਕਹਿੰਦੇ ਫਿਰ ਸੱਚ ਜਾਣਿਓ ਇਹਦੀ ਜ਼ਿੰਦਗੀ ਕਿੱਦਾਂ ਦੀ ਹੋ ਜਾਂਦੀ ਹੈ, ਇੱਕ ਲਾਸ਼ ਦੀ ਤਰ੍ਹਾਂ। ਮਿਰਤਕ ਦੇਹ ਸਾਧ ਸੰਗ ਬਿਹੁਨਾ। ਮਿਰਤਕ ਦੇਹ ਕੀ ਹੁੰਦੀ ਹੈ? ਮੁਰਦਾ ਪਿਆ ਬੰਦਾ, ਉਹਨੂੰ ਭਾਵੇਂ ਜਿੰਨੀਆਂ ਮਰਜ਼ੀ ਸਹੂਲਤਾਂ ਦੇਈ ਜਾਓ ਉਹਨੂੰ ਕੋਈ ਅਸਰ ਨਹੀਂ ਹੁੰਦਾ, ਕਿਉਂਕਿ ਉਹਦੀ ਜ਼ਿੰਦਗੀ ਚਲੀ ਗਈ, ਉਹਦਾ ਸਰੀਰ ਤੇ ਸੰਸਾਰ ਤੇ ਪਿਆ। ਪਰ ਉਸ ਸਰੀਰ ਵਾਸਤੇ ਦੁਨੀਆ ਦੇ ਸੁੱਖ ਸਹੂਲਤਾਂ, ਮਹਿੰਗੇ ਵਸਤਰ, ਮਹਿੰਗੇ ਭੋਜਨ, ਚੰਗੇ ਤੋਂ ਚੰਗਾ ਸਰੀਰ ਤੇ ਪਹਿਨਣ ਵਾਲਾ ਕੱਪੜਾ ਉਹਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ। ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਇਨਸਾਨ ਕੀ ਹੈ? ਬੰਦਾ ਹੋਏ ਬੰਦਗੀ ਗਹਿ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਹੋ ਕਬੀਰ ਇਹ ਰਾਮ ਕੀ ਅੰਸ਼। ਬੜੀਆਂ ਐਸੀਆਂ ਉਦਾਹਰਨਾਂ ਸਤਿਗੁਰੂ ਜੀ ਨੇ ਇਨਸਾਨ ਦੀ ਬਾਬਤ ਦਿੱਤੀਆਂ ਕਿ ਅਸਲ ਦੇ ਵਿੱਚ ਇਨਸਾਨ ਕੀ ਹੈ, ਕੌਣ ਹੈ ਇਨਸਾਨ, ਬੰਦਾ ਕੌਣ ਹੈ, ਮਨੁੱਖ ਕੌਣ ਹੈ, ਕੀ ਕਰਨ ਵਾਸਤੇ ਇਸ ਸੰਸਾਰ ਤੇ ਆਇਆ। ਤੇ ਆਪਾਂ ਆਰੰਭਤਾ ਦੇ ਵਿੱਚ ਗੱਲ ਕੀਤੀ ਸੰਗਤ ਦੀ, ਤੇ ਸਤਿਗੁਰੂ ਜੀ ਕਹਿੰਦੇ ਮਿਰਤਕ ਦੇਹ ਸਾਧ ਸੰਗ ਬਿਹੁਨਾ। ਸੰਗਤ ਤੋਂ ਖੁੰਝਿਆ ਹੋਇਆ ਬੰਦਾ ਇੱਕ ਮੁਰਦੇ ਦੀ ਤਰ੍ਹਾਂ ਹੈ, ਕਿਉਂਕਿ ਉਹਦੀ ਜ਼ਿੰਦਗੀ ਦੇ ਵਿੱਚ ਨਾ ਤੇ ਪਰਉਪਕਾਰ ਹੁੰਦਾ, ਨਾ ਉਹਦੀ ਜ਼ਿੰਦਗੀ ਦੇ ਵਿੱਚ ਦਇਆ ਹੁੰਦੀ ਹੈ, ਨਾ ਉਹਦੀ ਜ਼ਿੰਦਗੀ ਵਿੱਚ ਸੰਤੋਖ ਹੈ, ਨਾ ਉਹਦੀ ਜ਼ਿੰਦਗੀ ਵਿੱਚ ਗੁਰੂ ਪ੍ਰਤੀ ਪ੍ਰੇਮ ਹੈ, ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੀ ਜ਼ਿੰਦਗੀ ਦੇ ਵਿੱਚ ਉਸ ਮਾਲਕ ਨੂੰ ਸਮਝਣ ਦੀ ਸੋਚ ਪੈਦਾ ਹੁੰਦੀ ਹੈ। ਇਸੇ ਕਰਕੇ ਪਾਤਸ਼ਾਹ ਨੇ ਸ਼ਬਦ ਵਰਤਿਆ ਮਿਰਤਕ ਦੇਹ ਸਾਧ ਸੰਗ ਬਿਹੁਨਾ, ਕਿਉਂਕਿ ਸੰਗਤ ਦਾ ਬੜਾ ਵੱਡਾ ਅਹਿਮ ਰੋਲ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਕਹਿੰਦੇ ਸੰਗਤ ਐਸੀ ਹੈ ਸੁੱਕੇ ਹੋਏ ਮਨਾਂ ਨੂੰ ਵੀ ਹਰਾ ਕਰ ਦਿੰਦੀ ਹੈ। ਭਗਤ ਭਾਈ ਗੁਰਦਾਸ ਜੀ ਨੇ ਆਪਣੇ ਕਵਿਤ ਦੇ ਵਿੱਚ ਕੁਝ ਉਦਾਹਰਨਾਂ ਦਿੱਤੀਆਂ। ਕਹਿੰਦੇ ਸੰਗਤ ਦਾ ਕਿੰਨਾ ਕੁ ਵੱਡਾ ਰੋਲ ਜ਼ਿੰਦਗੀ ਦੇ ਵਿੱਚ ਹੁੰਦਾ ਹੈ। ਇੱਕ ਕਿਨਕਾ ਸੰਗਤ ਜਾਗ ਦੀ ਦੁੱਧ ਦੇ ਵਿੱਚ ਲਾ ਦਈਏ, ਦਹੀਂ ਦੀ, ਤੇ ਉਹ ਸਾਰੇ ਦੁੱਧ ਨੂੰ ਜਵਾ ਦਿੰਦੀ ਹੈ। ਇੱਕ ਕਿਨਕਾ ਸੰਗਤ ਜਾਗ ਦੀ। ਪਰ ਜੇ ਉੱਥੇ ਇੱਕ ਕਿਨਕਾ ਨਿੰਬੂ ਦਾ ਰਸ ਕਾਂਜੀ ਪਾ ਦਈਏ ਦੁੱਧ ਦੇ ਵਿੱਚ, ਇੱਕ ਕਿਨਕਾ ਮਾੜੀ ਸੰਗਤ ਉਸ ਦੁੱਧ ਨੂੰ ਅੱਡ ਅੱਡ ਕਰ ਦਿੰਦੀ ਹੈ, ਪਾੜ ਕੇ ਰੱਖ ਦਿੰਦੀ ਹੈ। ਇਸੇ ਤਰ੍ਹਾਂ ਭਗਤ ਜੀ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਚੰਗੀ ਤੇ ਮਾੜੀ ਸੰਗਤ ਦੀ ਉਦਾਹਰਣ ਹੈ। ਇੱਕ ਮਾੜੇ ਬੰਦੇ ਦੀ ਸੰਗਤ ਸਾਰੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੀ ਹੈ, ਪਰ ਇੱਕ ਚੰਗੇ ਬੰਦੇ ਦੀ ਸੰਗਤ ਸਾਰੀ ਜ਼ਿੰਦਗੀ ਨੂੰ ਤਾਰ ਦਿੰਦੀ ਹੈ। ਪਾਤਸ਼ਾਹ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇੱਕ ਇਤਿਹਾਸਕ ਵਾਰਤਾ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਦਰਜ ਕੀਤੀ। ਸੁਖ ਰਾਜੇ ਹਰੀ ਚੰਦ ਘਰ, ਨਾਰ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਮ ਦੀ, ਰਾਤੀ ਜਾਏ ਸੁਣੇ ਗੁਰਬਾਣੀ। ਕਹਿੰਦੇ ਹਰੀ ਚੰਦ ਰਾਜਾ ਹੋਇਆ, ਉਹਦੇ ਘਰ ਵਾਲੀ ਸੀ ਰਾਣੀ ਤਾਰਾ, ਜਿਹੜੀ ਕਿ ਪਿਛੋਕੜ ਉਹਦਾ ਇੱਕ ਚੰਗੇ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ, ਚੰਗੇ ਪਰਿਵਾਰ ਦੀ ਸੀ, ਸਤ ਸੰਗੀਆਂ ਦੇ ਪਰਿਵਾਰ ਦੀ ਸੀ। ਪਰ ਜਿਹੜਾ ਰਾਜਾ ਹਰੀ ਚੰਦ ਸੀ ਉਹ ਸਾਕਤ ਸੀ, ਰੱਬ ਤੋਂ ਟੁੱਟਿਆ ਹੋਇਆ, ਰੱਬ ਨੂੰ ਨਾ ਮੰਨਣ ਵਾਲਾ। ਉਹਦਾ ਵਿਚਾਰ ਇਹ ਸੀ ਕਿ ਰੱਬ ਕੌਣ ਹੁੰਦਾ? ਕੁਝ ਵੀ ਨਹੀਂ। ਸੰਸਾਰ ਨੂੰ ਜੇ ਕੋਈ ਚਲਾਉਂਦਾ ਹੈ ਤੇ ਮਨੁੱਖ ਹੀ ਚਲਾਉਂਦਾ ਹੈ, ਮਨੁੱਖ ਹੀ ਕਰਮ ਕਰਦਾ ਹੈ, ਉਦਾਂ ਹੀ ਸੰਸਾਰ ਚੱਲਦਾ ਹੈ। ਪਰ ਕਹਿੰਦੇ ਜਦੋਂ ਤਾਰਾ ਰਾਣੀ ਦੇ ਨਾਲ ਵਿਆਹ ਹੋਇਆ ਨਾ, ਉਹਨੇ ਘਰ ਦੇ ਵਿੱਚ ਆਉਣਾ ਕੀਤਾ, ਇੱਕ ਸਤ ਸੰਗੀ ਹੈ ਤੇ ਇੱਕ ਮਨਮੁਖ ਹੈ, ਕਜੋੜ ਹੋ ਗਿਆ। ਦੋਹਾਂ ਦੇ ਵਿਚਾਰ ਆਪਸ ਦੇ ਵਿੱਚ ਨਹੀਂ ਮਿਲਦੇ। ਇੱਕ ਸੰਗਤ ਵਾਲੇ ਪਾਸੇ ਚੱਲਦਾ ਤੇ ਦੂਜਾ ਆਪਣੇ ਮਨ ਪਿੱਛੇ ਚੱਲਦਾ। ਮਨਮੁਖ ਤੇ ਗੁਰਮੁਖ ਦਾ ਇਹੋ ਹੀ ਕਜੋੜ ਹੈ। ਪਾਤਸ਼ਾਹ ਨੇ ਜਿਨ੍ਹਾਂ ਨੂੰ ਬਾਣੀ ਵਿੱਚ ਕਿਹਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਤੇ ਸਤਿਗੁਰੂ ਪਾਤਸ਼ਾਹ ਜੀ ਦੀ ਰਹਿਮਤ ਐਸੀ ਹੋਈ, ਅਕਾਲ ਪੁਰਖ ਪਰਮੇਸ਼ਰ ਦੀ। ਇਤਿਹਾਸ ਕਹਿੰਦਾ ਭਾਈ ਗੁਰਦਾਸ ਜੀ ਲਿਖਦੇ ਹੈ, ਕਹਿੰਦੇ ਰੱਬ ਦੀ ਨਿਆਮਤ ਦੇ ਸਦਕਾ ਰਾਜੇ ਹਰੀ ਚੰਦ ਦੇ ਮਹਿਲਾਂ ਦੇ ਕੋਲ ਆ ਕੇ ਰੱਬੀ ਫਕੀਰਾਂ ਨੇ ਡੇਰਾ ਲਾਇਆ ਕੁਝ ਦਿਨ ਵਾਸਤੇ। ਡੇਰਾ ਲਾਉਣਾ ਕੀਤਾ, ਦਿਨ ਰਾਤ ਕੀਰਤਨ ਹੁੰਦਾ ਹੈ, ਕੀਰਤੀ ਹੁੰਦੀ ਹੈ, ਉਸ ਮਾਲਕ ਦੀ ਇਬਾਦਤ ਹੁੰਦੀ ਹੈ, ਉਹਦੇ ਗੁਣਾਂ ਨੂੰ ਗਾਇਨ ਕੀਤਾ ਜਾਂਦਾ ਹੈ।
ਇੱਕ ਦਿਨ ਰਾਣੀ ਦੇ ਕੰਨਾਂ ਦੇ ਵਿੱਚ ਕਹਿੰਦੇ ਆਵਾਜ਼ ਪਈ। ਉਸ ਆਵਾਜ਼ ਦੀ ਪੈੜ ਦੱਬ ਕੇ ਰਾਣੀ, ਜਦੋਂ ਰਾਜਾ ਸੌਂ ਗਿਆ, ਹਰੀ ਚੰਦ ਆਪਣੇ ਮਹਿਲਾਂ ਦੇ ਵਿੱਚੋਂ ਉੱਠੀ, ਜੁੱਤੀ ਪਾਈ, ਜੋੜਾ ਪਾਇਆ ਤੇ ਦਰਵਾਜ਼ਾ ਖੋਲ੍ਹਿਆ। ਉਸ ਥਾਂ ਤੇ ਚਲੀ ਗਈ ਜਿੱਥੇ ਸੰਗਤ ਹੁੰਦੀ ਹੈ, ਕਿਉਂਕਿ ਸੰਗਤ ਜਿਹੜਾ ਮਨੁੱਖ ਦੇ ਮਨ ਤੇ ਪ੍ਰਭਾਵ ਪਾਉਂਦੀ ਹੈ। ਜਿਸ ਬੰਦੇ ਨੂੰ ਸੰਗਤ ਦਾ ਆਨੰਦ ਆਉਣ ਲੱਗ ਗਿਆ, ਉਹ ਸੰਗਤ ਬਿਨਾਂ ਰਹਿ ਨਹੀਂ ਸਕਦਾ, ਕਿਉਂਕਿ ਇਹ ਵੀ ਇੱਕ ਨਸ਼ਾ ਹੈ ਨਾ। ਜਿਵੇਂ ਇੱਕ ਨਸ਼ਾ ਕਰਨ ਵਾਲਾ ਬੰਦਾ ਨਸ਼ੇ ਤੋਂ ਬਿਨਾਂ ਨਹੀਂ ਰਹਿੰਦਾ, ਇਸੇ ਤਰ੍ਹਾਂ ਪਾਤਸ਼ਾਹ ਨੇ ਬਾਣੀ ਵਿੱਚ ਇਹਦੀ ਉਦਾਹਰਣ ਵੀ ਬਖਸ਼ਿਸ਼ ਕੀਤੀ। ਪਾਤਸ਼ਾਹ ਨੇ ਉਦਾਹਰਣ ਅਮਲੀ ਦੀ ਦਿੱਤੀ। ਸਤਿਗੁਰੂ ਕਹਿੰਦੇ ਸਤ ਸੰਗਤ ਦਾ ਜਿਹੜਾ ਅਮਲੀ ਹੈ ਨਾ, ਜਿਹਨੂੰ ਸਤ ਸੰਗਤ ਦਾ ਅਮਲ ਲੱਗ ਗਿਆ, ਉਹ ਭਾਵੇਂ ਕਿਤੇ ਵੀ ਹੋਵੇ, ਉਹ ਸੰਗਤ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਦਾ ਮਨ ਸੰਗਤ ਵੱਲ ਦੌੜੇਗਾ ਹੀ ਦੌੜੇਗਾ। ਜਾ ਕੇ ਸੰਗਤ ਕਰਨੀ ਸ਼ੁਰੂ ਕੀਤੀ। 1 ਦਿਨ, 2 ਦਿਨ, 4 ਦਿਨ, 5 ਦਿਨ। ਕਹਿੰਦੇ ਇੱਕ ਦਿਨ ਜਦੋਂ ਰਾਤ ਨੂੰ ਉੱਠੀ, ਅੱਧੀ ਰਾਤੀ, ਉਸ ਤੋਂ ਬਾਅਦ ਰਾਜੇ ਹਰੀ ਚੰਦ ਦੀ ਅੱਖ ਖੁੱਲੀ। ਰਾਣੀ ਨੂੰ ਮਹਿਲਾਂ ਦੇ ਵਿੱਚ ਨਾ ਵੇਖ ਕੇ ਮਨ ਪਰੇਸ਼ਾਨ ਹੋ ਗਿਆ। ਤਰ੍ਹਾਂ ਤਰ੍ਹਾਂ ਦੇ ਫੁਰਨੇ ਮਨ ਦੇ ਵਿੱਚ ਪੈਦਾ ਹੋ ਗਏ ਕਿ ਅੱਧੀ ਰਾਤ ਹੈ, ਕਿੱਥੇ ਗਈ ਹੋਣੀ ਹੈ। ਬੁਰੇ ਮਾੜੇ ਖਿਆਲ ਮਨ ਦੇ ਵਿੱਚ ਪੈਦਾ ਹੁੰਦੇ ਆ। ਉਸ ਦਿਨ ਤੇ ਨਾ ਗਿਆ, ਪਰ ਦੂਸਰੇ ਦਿਨ ਇਹ ਵਿਚਾਰ ਕੀਤੀ ਕਿ ਜਦ ਅੱਜ ਜਾਵੇਗੀ ਨਾ ਤਾਂ ਇਹਦਾ ਪਿੱਛਾ ਕਰਾਂਗਾ। ਸੰਖੇਪ ਦੇ ਵਿੱਚ ਹੀ ਆਪਾਂ ਇਹਦਾ ਜ਼ਿਕਰ ਕਰਨੇ ਆ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਮਿਰਤਕ ਦੇਹ ਸਾਧ ਸੰਗ ਬਿਹੂਣਾ, ਆਵਤ ਜਾਤ ਜੋਨੀ ਦੁੱਖ ਖੀਨਾ। ਕਿ ਸੰਗਤ ਤੋਂ ਬਿਨਾਂ ਬੰਦਾ ਕਿਦਾਂ ਦਾ ਹੈ। ਜਿਹੜਾ ਬੰਦਾ ਸਾਰੀ ਜ਼ਿੰਦਗੀ ਦੇ ਵਿੱਚ ਚੰਗੀ ਸੰਗਤ ਨਹੀਂ ਕਰਦਾ, ਇੱਕ ਨਾ ਇੱਕ ਦਿਨ ਉਹ ਐਸਾ ਬਣ ਜਾਂਦਾ ਹੈ। ਜਿਵੇਂ ਹਰਨਾਕਸ਼ ਦਾ ਜ਼ਿਕਰ ਆਪਾਂ ਪਿੱਛੇ ਕੀਤਾ, ਜਿਵੇਂ ਕੌਡੇ ਰਾਖਸ਼ ਦਾ ਜ਼ਿਕਰ ਆਪਾਂ ਕੀਤਾ, ਜਿਵੇਂ ਸੱਜਣ ਠੱਗ ਦਾ ਜ਼ਿਕਰ ਆਪਾਂ ਕੀਤਾ। ਇਹ ਉਹ ਲੋਕ ਸਨ ਜਿਹੜੇ ਸੰਗਤ ਤੋਂ ਬਿਹੂਣੇ ਸਨ, ਜਿਨ੍ਹਾਂ ਨੂੰ ਕਦੇ ਜ਼ਿੰਦਗੀ ਵਿੱਚ ਚੰਗੀ ਸੰਗਤ ਨਹੀਂ ਮਿਲੀ। ਤੇ ਕਹਿੰਦੇ ਦੂਸਰਾ ਦਿਨ ਹੋਇਆ ਜੀ, ਰਾਜੇ ਹਰੀ ਚੰਦ ਦੀ ਰਾਣੀ ਤਾਰਾ ਅੱਧੀ ਰਾਤ ਨੂੰ ਉੱਠੀ। ਉੱਠ ਕੇ ਜਦੋਂ ਆਪਣੀਆਂ ਖੜਾਵਾਂ ਪਾਈਆਂ, ਸੰਗਤ ਦੇ ਵਿੱਚ ਚਲੀ ਗਈ। ਰਾਜੇ ਨੇ ਉਹਦਾ ਪਿੱਛਾ ਕਰਨਾ ਸ਼ੁਰੂ ਕੀਤਾ। ਜਾ ਕੇ ਵੇਖਾਂ ਤਾਂ ਸਹੀ ਜਾਂਦੀ ਕਿੱਥੇ ਹੈ। ਪਿੱਛਾ ਕਰਦਿਆਂ ਕਰਦਿਆਂ ਉਸੇ ਥਾਂ ਤੇ ਪਹੁੰਚ ਗਿਆ ਜਿੱਥੇ ਉਹ ਸੰਗਤ ਦੇ ਵਿੱਚ ਬੈਠਦੀ ਸੀ। ਜਾ ਕੇ ਫਕੀਰਾਂ ਦਾ ਸੰਗ ਕਰਦੀ ਸੀ। ਰਹਿਣ ਸਵਾਈ ਕੀਰਤਨ ਹੁੰਦਾ ਸੀ। ਜਾ ਕੇ ਸੰਗਤ ਕਰਨੀ, ਸਮਾਪਤੀ ਹੋਣੀ ਤੇ ਘਰ ਵਾਪਸ ਆ ਜਾਣਾ। ਪਰ ਅੱਜ ਰਾਜੇ ਨੇ ਉਹਦਾ ਪਿੱਛਾ ਕੀਤਾ। ਉਹਦੀ ਇੱਕ ਖੜਾਮ ਚੁੱਕ ਕੇ ਮਹਿਲਾਂ ਦੇ ਵਿੱਚ ਲੈ ਆਂਦੀ। ਕਹਿੰਦਾ ਜਦ ਘਰ ਆਵੇਗੀ ਨਾ ਪੁੱਛਾਂਗਾ ਖੜਾਮ ਕਿੱਥੇ ਹੈ। ਸੋਨੇ ਦੀਆਂ ਖੜਾਵਾਂ ਸਨ। ਤੇ ਕਹਿੰਦੇ ਜਦੋਂ ਵਾਪਸ ਆਇਆ ਰਾਜਾ, ਦੂਸਰੇ ਪਾਸੇ ਸੰਗਤ ਦੀ ਸਮਾਪਤੀ ਹੁੰਦੀ ਹੈ, ਕੀਰਤਨ ਦੀ ਸਮਾਪਤੀ ਹੁੰਦੀ ਹੈ। ਸਮਾਪਤੀ ਤੋਂ ਬਾਅਦ ਜਦੋਂ ਸਾਰੀ ਸੰਗਤ ਆਪੋ ਆਪਣੇ ਘਰਾਂ ਵੱਲ ਨੂੰ ਜਾਂਦੀ ਹੈ, ਤੇ ਕਹਿੰਦੇ ਸਾਰੇ ਨਮਸਕਾਰ ਕਰਕੇ ਫਕੀਰਾਂ ਨੂੰ ਆਪੋ ਆਪਣੇ ਘਰਾਂ ਵੱਲ ਤੁਰਦੇ ਹੈ। ਰਾਣੀ ਨੇ ਘਰ ਵਾਪਸ ਆਉਣ ਵਾਸਤੇ ਜਦੋਂ ਆਪਣੀਆਂ ਖੜਾਵਾਂ ਪੈਰਾਂ ਵਿੱਚ ਪਾਉਣੀਆਂ ਕੀਤੀਆਂ ਨਾ, ਵੇਖਿਆ ਇੱਕ ਖੜਾਮ ਹੈ, ਇੱਕ ਨਹੀਂ ਹੈ। ਤੇ ਕਹਿੰਦੇ ਮਨ ਦੇ ਵਿੱਚ ਹੈਰਾਨੀ ਵਰਤ ਗਈ। ਮਨ ਦੁਖੀ ਹੋ ਗਿਆ ਵੇਖ ਕੇ, ਡਰ ਗਈ। ਅੱਖਾਂ ਦੇ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਗਏ ਕਿ ਮੈਂ ਤੇ ਚੋਰੀਓਂ ਘਰੋਂ ਸਭ ਕੁਝ ਛੱਡ ਕੇ ਛਡਾ ਕੇ ਆਂਦੀ ਸੀ। ਮੇਰਾ ਤੇ ਰਾਜਾ ਵੀ ਨਿੰਦਕ ਹੈ, ਸਾਕਤ ਹੈ, ਰੱਬ ਨੂੰ ਮੰਨਣ ਵਾਲਾ ਨਹੀਂ, ਸੰਗਤ ਨੂੰ ਮੰਨਣ ਵਾਲਾ ਨਹੀਂ। ਇੱਕ ਖੜਾਮ ਚੋਰੀ ਹੋ ਗਈ ਹੈ। ਹੁਣ ਇਸ ਦਾ ਜਵਾਬ ਰਾਜੇ ਨੂੰ ਦੇਵਾਂਗੀ ਕੀ? ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨ ਕੋਈ ਰਾਮ ਕਸੌਟੀ, ਜੋ ਸੋ ਸਹਿ ਜੋ ਮਰ ਜੀਵਾ ਹੋਏ। ਸੰਗਤ ਵਿੱਚ ਤੁਰਦਿਆਂ ਜੇ ਮਨ ਜੁੜਿਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਵਿੱਚ ਭਰੋਸਾ ਹੈ, ਪ੍ਰਤੀਤ ਹੈ ਤੇ ਗੁਰੂ ਸਹਾਈ ਹੈ। ਪਰ ਕਈ ਵਾਰ ਕੀ ਹੁੰਦਾ, ਘਰੋਂ ਤੁਰਦਿਆਂ ਮਨ ਗੁਰੂ ਘਰ ਵੱਲ ਨੂੰ ਦੌੜਦਾ ਹੈ, ਪਰ ਗੁਰੂ ਘਰ ਆਉਂਦਿਆਂ ਤੇ ਮਨ ਪਿੱਛੇ ਨੂੰ ਘਰ ਵੱਲ ਨੂੰ ਦੌੜਦਾ। ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆ, ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ ਲੋਭੀ, ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਪਾਲੇ। ਕਬੀਰ ਮਨ ਪੰਖੀ ਭਇਓ, ਉਡ ਉਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਕਹਿੰਦੇ ਸੰਗਤ ਵਿੱਚ ਟਿਕਦਾ ਨਹੀਂ, ਕਿਉਂਕਿ ਇਹਦਾ ਸੁਭਾਅ ਬਣ ਜਾਂਦਾ ਹੈ।
ਸੰਗਤ ਵਿੱਚ ਆ ਕੇ ਘਰ ਵੱਲ ਦੌੜਦਾ, ਘਰੇ ਜਾ ਕੇ ਸੰਗਤ ਵੱਲ ਦੌੜਦਾ, ਇੱਕ ਖਿਣ ਵੀ ਇਹਨੂੰ ਟਿਕਾ ਨਹੀਂ ਪਾਤਸ਼ਾਹ ਕਹਿੰਦੇ ਬਣਦਾ। ਪਰ ਜੇ ਟਿਕਾ ਬਣ ਗਿਆ ਫਿਰ ਪਾਤਸ਼ਾਹ ਕਹਿੰਦੇ ਉਸ ਸੰਗਤ ਦਾ ਆਨੰਦ ਕਿੱਦਾਂ ਦਾ ਹੁੰਦਾ ਇਹ ਉਹੀ ਮਨੁੱਖ ਦੱਸ ਸਕਦਾ ਜਿਹਨੂੰ ਟਿਕਾ ਬਣ ਗਿਆ। ਕਹਿੰਦੇ ਹੁਣ ਰਾਣੀ ਦੇ ਮਨ ਦੇ ਵਿੱਚ ਇਹ ਚਿੰਤਾ ਲੱਗ ਗਈ, ਇਹ ਫਿਕਰ ਲੱਗ ਗਿਆ, ਇਹ ਦੁੱਖ ਲੱਗ ਗਿਆ, ਰੋਣਾ ਸ਼ੁਰੂ ਕਰ ਦਿੱਤਾ। ਕਹਿੰਦੀ ਜੇ ਰਾਜੇ ਨੂੰ ਪਤਾ ਲੱਗ ਗਿਆ ਕਿ ਮੇਰੀ ਖੜਾਮ ਗੁੰਮ ਹੋ ਗਈ ਹੈ ਤੇ ਹੋਈ ਵੀ ਕਿੱਥੇ ਹੈ ਤੇ ਮੈਨੂੰ ਉਹਨੇ ਮਾਰ ਦੇਣਾ, ਮੈਨੂੰ ਉਹਨੇ ਸਜ਼ਾ ਦੇਣੀ ਹੈ। ਜਦ ਉਹ ਰੱਬੀ ਨਿਆਮਤ ਵਾਲੇ ਫਕੀਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਨਾ, ਤੇ ਭਾਈ ਗੁਰਦਾਸ ਸਾਹਿਬ ਜੀ ਆਪਣੀ ਵਾਰਾਂ ਦੇ ਵਿੱਚ ਇਹ ਸਾਰਾ ਕੁਝ ਦਰਜ ਕਰਦੇ ਹੈ ਕਿ ਜੋੜੀ ਜੁੜੀ ਖੜਾਉ ਪੁਰਾਣੀ, ਰੱਬ ਦੀ ਰਹਿਮਤ ਐਸੀ ਹੋਈ ਉਹ ਫਕੀਰਾਂ ਦੇ ਸੰਗ ਕਰਕੇ, ਉਹਨਾਂ ਸਾਧੂ ਮਹਾਤਮਾ ਦੇ ਸੰਗ ਕਰਕੇ ਰਾਣੀ ਦੀ ਖੜਾਉ ਬਿਲਕੁਲ, ਕੋਈ ਰੱਬ ਦਾ ਫਕੀਰ ਆਪਣੇ ਹੱਥ ਦੇ ਉੱਪਰ ਟੰਗ ਕੇ ਉਸ ਖੜਾਮ ਦਾ ਹੁੱਕਾ ਦਿੰਦਾ ਆਉਂਦਾ ਕਿ ਕਿਸੇ ਦੀ ਖੜਾਮ ਗਵਾਚੀ ਹੋਵੇ। ਉਹ ਖੜਾਮ ਜੁੜਨੀ ਕੀਤੀ, ਜਦੋਂ ਖੜਾਮ ਦੇਖੀ ਰਾਣੀ ਦਾ ਮਨ ਖੁਸ਼ ਹੋ ਗਿਆ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਸਾਰਾ ਸੰਗਤ ਦਾ ਪ੍ਰਤਾਪ। ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਕਹਿੰਦੇ ਸੰਗਤ ਦੇ ਵਿੱਚੋਂ ਸਾਰੇ ਮਨੋਰਥ ਪੂਰੇ ਹੋ ਗਏ। ਜਦੋਂ ਘਰ ਵਾਪਸ ਆਈ ਨਾ, ਇੱਕਦਮ ਰਾਜਾ ਆਪਣੀ ਸੇਜਾ ਤੋਂ ਉੱਠਿਆ ਤੇ ਪਹਿਲਾ ਹੀ ਸਵਾਲ ਉਹਨੇ ਰਾਣੀ ਨੂੰ ਕੀਤਾ। ਰਾਣੀ ਤਾਰਾ ਨੂੰ ਕਹਿਣ ਲੱਗਾ ਤੇਰੀ ਖੜਾਮ ਕਿੱਥੇ ਹੈ? ਉਹਨੇ ਦੋਵੇਂ ਖੜਾਵਾਂ ਆਪਣੇ ਪੈਰਾਂ ਦੇ ਵਿੱਚ ਪਾਈਆਂ ਵਿਖਾਈਆਂ। ਵੇਖ ਕੇ ਅੱਖਾਂ ਖੁੱਲੀਆਂ ਰਹਿ ਗਈਆਂ। ਕਹਿੰਦਾ ਰਾਣੀ ਇਉਂ ਦੱਸ ਸੱਚ ਸੱਚ ਇਹ ਦੂਜੀ ਖੜਾਮ ਕਿੱਥੋਂ ਲਿਆਈ ਹੈ? ਕਿਉਂਕਿ ਤੇਰੀ ਪਹਿਲੀ ਖੜਾਮ ਤੇ ਮੈਂ ਚੁੱਕ ਕੇ ਲੈ ਆਇਆ, ਮੈਂ ਤੇਰਾ ਪਿੱਛਾ ਕਰਦਾ ਹੋਇਆ ਸੰਗਤ ਦੇ ਵਿੱਚ ਪਹੁੰਚਿਆ ਸੀ ਤੇ ਤੈਨੂੰ ਬੁਰਾ ਭਲਾ ਕਹਿਣ ਵਾਸਤੇ, ਤੇਰੀ ਪੈੜ ਨੱਪਣ ਵਾਸਤੇ, ਤੇਰਾ ਸੱਚ ਕਢਵਾਉਣ ਵਾਸਤੇ, ਇਹ ਨਿਸ਼ਾਨੀ ਵਜੋਂ ਮੈਂ ਤੇਰੀ ਖੜਾਮ ਚੁੱਕ ਕੇ ਘਰ ਦੇ ਵਿੱਚ ਮਹਿਲਾਂ ਦੇ ਵਿੱਚ ਵਾਪਸ ਲੈ ਆਇਆ ਸੀ ਕਿ ਆਉਣ ਤੇ ਸ਼ਾਇਦ ਤੂੰ ਮੁੱਕਰ ਨਾ ਜਾਵੇਂ, ਮੇਰੇ ਕੋਲ ਕੋਈ ਨਾ ਕੋਈ ਸਬੂਤ ਤੇਰਾ ਰਵੇ। ਪਰ ਕਹਿੰਦਾ ਮੈਂ ਹੈਰਾਨ ਆ, ਬਿਲਕੁਲ ਹੂਬਹੂ ਉਦਾਂ ਦੀ। ਇੱਥੇ ਤੇ ਕਾਰੀਗਰ ਵੀ ਕੋਈ ਨਹੀਂ ਕਿ ਇੰਨੀ ਜਲਦੀ ਇਸ ਖੜਾਮ ਨੂੰ ਤਿਆਰ ਕਰ ਸਕੇ। ਕੌਣ ਹੈ ਐਸਾ ਕਾਰੀਗਰ? ਕਹਿੰਦੇ ਫਿਰ ਸਾਰੀ ਵਾਰਤਾ ਰਾਣੀ ਤਾਰਾ ਨੇ ਸਮਝਾਉਣੀ ਕੀਤੀ ਕਿ ਇਹ ਸਭ ਕੁਝ ਕਿਰਪਾ ਉਹਨਾਂ ਸਾਧੂਆਂ ਦੀ ਜਿਨ੍ਹਾਂ ਦੀ ਸੰਗਤ ਦੇ ਵਿੱਚ ਮੈਂ ਰੋਜ਼ ਜਾਂਦੀ ਸਾਂ, ਜਿਨ੍ਹਾਂ ਦੀ ਸੰਗਤ ਕਰਕੇ ਮੇਰਾ ਜੀਵਨ ਬਦਲਿਆ, ਜਿਨ੍ਹਾਂ ਦੀ ਸੰਗਤ ਮੈਂ ਬਚਪਨ ਤੋਂ ਕੀਤੀ। ਤੇ ਸਤਿਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਮਿਰਤਕ ਦੇਹ ਸਾਧ ਸੰਗ ਬਿਹੂਨਾ, ਆਵਤ ਜਾਤ ਜੋਨੀ ਦੁਖ ਖੀਨਾ। ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਦਾ ਜੀਵਨ ਕਿਦਾਂ ਦਾ, ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਉਹਨਾਂ ਦਾ ਜੀਵਨ ਕਿਦਾਂ ਦਾ। ਜਿਨ੍ਹਾਂ ਨੇ ਸੰਗਤ ਕੀਤੀ ਉਹ ਤਰ ਗਏ, ਸੁੱਕੇ ਮਨ ਵੀ ਹਰੇ ਹੋ ਗਏ। ਕਹਿੰਦੇ ਰਾਣੀ ਦੀ ਸਾਰੀ ਵਾਰਤਾ ਸੁਣ ਕੇ ਰਾਜੇ ਨੇ ਉਹਨੂੰ ਨਮਸਕਾਰ ਕੀਤੀ। ਕਹਿੰਦਾ ਮੇਰੇ ਤੇ ਦਇਆ ਕਰ, ਮੇਰੇ ਤੇ ਕਿਰਪਾ ਕਰ, ਮੈਨੂੰ ਵੀ ਐਸੀ ਸੰਗਤ ਦੇ ਦਰਸ਼ਨ ਕਰਵਾਉਣੇ ਕਰ, ਮੇਰਾ ਵੀ ਜੀਵਨ ਬਦਲ ਜਾਵੇ। ਹੁਣ ਤੱਕ ਸਾਰਾ ਜੀਵਨ ਬਿਨਾਂ ਇਸ ਸੰਗਤ ਤੋਂ ਗਵਾਇਆ, ਬਰਬਾਦ ਕੀਤਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰਹਿ ਬਹੁਰ ਨਾ ਲਾਗੇ ਡਾਰ। ਹੁਣ ਤੱਕ ਤੇ ਜੀਵਨ ਇਦਾਂ ਹੀ ਲੰਘਿਆ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਾਰੀ ਜ਼ਿੰਦਗੀ ਕੌਡੀਆਂ ਦੇ ਭਾਅ ਲੰਘਾਈ ਹੈ, ਪਰ ਸੰਗਤ ਦਾ ਮਤਲਬ ਸਮਝਿਆ ਨਹੀਂ, ਸੰਗਤ ਦੀ ਮਹਾਨਤਾ ਹੀ ਸਮਝੀ ਨਹੀਂ, ਸੰਗਤ ਦਾ ਜ਼ਿੰਦਗੀ ਦੇ ਵਿੱਚ ਕੀ ਰੋਲ ਹੈ ਇਹ ਸਮਝਿਆ ਨਹੀਂ। ਪਰ ਅੱਜ ਮੈਨੂੰ ਇਹ ਸਮਝ ਆ ਗਈ ਕਿ ਜਿਨ੍ਹਾਂ ਨੇ ਸੰਗਤ ਕੀਤੀ ਹੈ ਨਾ ਉਹ ਦੁਨੀਆ ਤੇ ਪੂਜਣਯੋਗ ਬਣ ਗਏ। ਸਤਿਗੁਰੂ ਜੀ ਦਾ ਪਾਵਨ ਸ਼ਬਦ ਹੈ ਗੋਬਿੰਦ 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 ਸੰਗ, ਨਾਮ ਦਿਓ ਮੁਖ ਲੀਨਾ, ਆੜ ਨਾਮ ਕੋ ਛਿਪਰੋ ਹੋਇਓ ਲਾਖੀਨਾ। ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀ ਗਹੀਰਾ। ਰਵਿਦਾਸ ਤੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ,
ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਇਹ ਸੰਗਤ ਕੀਤੀ ਉਹ ਦੁਨੀਆ ਤੇ ਵਡਭਾਗੇ ਬਣ ਗਏ, ਤੇ ਦੁਨੀਆ ਤੇ ਉਹ ਭਗਤ ਸੈਣ ਜੀ ਵਰਗੇ, ਭਗਤ ਧੰਨਾ ਜੀ ਵਰਗੇ, ਭਗਤ ਕਬੀਰ ਸਾਹਿਬ ਤਰਲੋਚਨ ਜੀ ਵਰਗੇ, ਨਾਮਦੇਵ ਜੀ ਵਰਗੇ ਉਹ ਦੁਨੀਆ ਤੇ ਪੂਜਣਯੋਗ ਬਣ ਗਏ। ਪਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਉਹ ਮਿਰਤਕ ਦੇਹ ਸਾਧ ਸੰਗ ਵਿਹੂਣਾ। ਉਹ ਸਾਧ ਸੰਗਤ ਤੋਂ ਵਾਂਝੇ ਰਹਿ ਕੇ ਮੁਰਦਿਆਂ ਵਰਗੀ ਜ਼ਿੰਦਗੀ ਇਸ ਸੰਸਾਰ ਤੇ ਭੋਗਦੇ ਐ। ਇੱਕ ਲਾਸ਼ ਨੂੰ ਜਿੱਦਾਂ ਦੇ ਮਰਜ਼ੀ ਕੱਪੜੇ ਪਹਿਨਾ ਦਿਓ, ਜਿੱਦਾਂ ਦੀ ਮਰਜ਼ੀ ਸਜਾਵਟ ਕਰ ਦਿਓ, ਜਿਨ੍ਹਾਂ ਦੇ ਮਰਜ਼ੀ ਮਹਿੰਗੇ ਤੋਂ ਮਹਿੰਗੇ ਖਾਣੇ ਖਵਾ ਦਿਓ, ਉਹਦੇ ਵਾਸਤੇ ਕੋਈ ਮਾਇਨੇ ਨਹੀਂ ਰੱਖਦੇ। ਸਤਿਗੁਰੂ ਕਹਿੰਦੇ ਸੰਗਤ ਤੋਂ ਵਿਹੂਣੇ ਮਨੁੱਖ ਦੀ ਜ਼ਿੰਦਗੀ ਉਸ ਮੁਰਦਾਰ ਵਰਗੀ ਹੋ ਜਾਂਦੀ ਹੈ। ਆਵਤ ਜਾਤ ਜੋਨੀ ਦੁੱਖ ਖੀਨਾ, ਫਿਰ ਉਹ ਮੁੜ ਮੁੜ ਕੇ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਮੁੜ ਮੁੜ ਕੇ ਉਹ ਜਨਮ ਸੰਸਾਰ ਤੇ ਲੈਂਦਾ ਰਹਿੰਦਾ ਹੈ। 84 ਲੱਖ ਜੂਨਾਂ ਦਾ ਚੱਕਰ ਉਹਦਾ ਬਣਿਆ ਰਹਿੰਦਾ, ਕੱਟਿਆ ਨਹੀਂ ਜਾਂਦਾ, ਕਦੇ ਵੀ ਸਤਿਗੁਰੂ ਕਹਿੰਦੇ ਖਤਮ ਨਹੀਂ ਹੁੰਦਾ। ਤੇ ਇਹ ਐਸਾ ਦੁੱਖ ਹੈ, ਇਹ ਆਉਣ ਜਾਣ ਦਾ ਇਹੋ ਜਿਹਾ ਦੁੱਖ ਹੈ ਪਾਤਸ਼ਾਹ ਕਹਿੰਦੇ ਫਿਰ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ। ਰਹਾਉ ਅਨਿਕ ਬਸਤਰ ਸੁੰਦਰ ਪਹਿਰਾਇਆ। ਤੇ ਸਤਿਗੁਰੂ ਕਹਿੰਦੇ ਅਨਿਕ ਬਸਤਰ ਸੁੰਦਰ ਪਹਿਰਾਇਆ। ਇਸ ਦੇਹੀ ਨੂੰ ਸੰਗਾਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਬਸਤਰ, ਕੱਪੜੇ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣ। ਸਤਿਗੁਰੂ ਕਹਿੰਦੇ ਇਸ ਦੇਹੀ ਦੀ, ਇਸ ਪੰਜ ਤੱਤਾਂ ਦੇ ਸਰੀਰ ਦੀ ਸਜਾਵਟ ਕਰਨ ਵਾਸਤੇ ਬੜੇ ਮਹਿੰਗੇ ਬਸਤਰ ਪਹਿਨਦਾ ਹੈ। ਅਨਕ ਬਸਤਰ ਸੁੰਦਰ ਪਹਿਰਾਇਆ। ਪਰ ਸਤਿਗੁਰੂ ਜੀ ਅੱਗੇ ਕਹਿੰਦੇ ਫਿਰ ਇਹ ਹੁੰਦੇ ਕਿੱਦਾਂ ਦੇ ਐ? ਜੇ ਮਨੁੱਖ ਦੇ ਅੰਦਰ ਨਾਮ ਨਹੀਂ, ਜੇ ਮਨੁੱਖ ਦੀ ਜ਼ਿੰਦਗੀ ਵਿੱਚ ਸਾਧ ਸੰਗਤ ਨਹੀਂ, ਤਾਂ ਇਹ ਮਹਿੰਗੇ ਪਹਿਨੇ ਹੋਏ ਵਸਤਰ ਕਿੱਦਾਂ ਦੇ ਹਨ? ਜਿਉਂ ਡਰਨਾ ਖੇਤ ਮਾਹੇ ਡਰਾਇਆ। ਹੁਣ ਸਤਿਗੁਰੂ ਜੀ ਉਦਾਹਰਣ ਦਿੰਦੇ ਆ, ਕਹਿੰਦੇ ਇੱਕ ਕਿਸਾਨ ਖੇਤੀ ਕਰਦਾ ਹੈ, ਵਾਹੀ ਕਰਦਾ, ਜ਼ਮੀਨ ਦੇ ਵਿੱਚ ਫਸਲ ਬੀਜਦਾ, ਬਾਜਰਾ ਬੀਜਦਾ, ਮੱਕੀ ਬੀਜਦਾ। ਉਹਨੂੰ ਜਾਨਵਰਾਂ ਤੋਂ ਬਚਾਉਣ ਵਾਸਤੇ ਇੱਕ ਕਾਨਿਆਂ ਦਾ ਡਰਨਾ ਬਣਾ ਕੇ ਖੇਤ ਦੇ ਵਿੱਚ ਗੱਡਿਆ ਜਾਂਦਾ ਤੇ ਉਹਨੂੰ ਪਾਟੇ ਹੋਏ ਪੁਰਾਣੇ ਜੇ ਮੈਲੇ ਕੁਚੈਲੇ ਕੱਪੜੇ ਪਹਿਨਾਏ ਜਾਂਦੇ ਆ, ਕਿਉਂਕਿ ਉਹਨੂੰ ਵੇਖ ਕੇ ਜਾਨਵਰ ਡਰ ਜਾਣ। ਖੇਤ ਦੀ ਜਿਹੜੀ ਖੇਤੀ ਹੈ ਉਹ ਚੁਗੀ ਨਾ ਜਾਵੇ, ਜਿਹੜੇ ਦਾਣੇ ਹਨ ਬਾਜਰੇ ਦੇ, ਮੱਕੀ ਦੇ, ਉਹਨੂੰ ਜਾਨਵਰ ਚੁੱਗੇ ਨਾ ਲੈ ਜਾਣ। ਇਸ ਵਾਸਤੇ ਉਹ ਡਰਨਾ ਖੇਤ ਦੇ ਵਿੱਚ ਗੱਡਿਆ ਜਾਂਦਾ ਤੇ ਉਹਨੂੰ ਮੈਲੇ ਕੁਚੈਲੇ ਬਸਤਰ ਪਹਿਨਾਏ ਜਾਂਦੇ ਆ, ਡਰਾਵਣਾ ਬਣਾ ਕੇ ਖੜਾਇਆ ਜਾਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਅਨਕ ਬਸਤਰ ਸੁੰਦਰ ਪਹਿਰਾਇਆ। ਪਰ ਜੇ ਰੱਬ ਦਾ ਨਾਮ ਚੇਤੇ ਵਿੱਚ ਨਹੀਂ, ਪਰ ਉਪਕਾਰ ਨਹੀਂ, ਸੰਗਤ ਕਰਦਾ ਨਹੀਂ, ਕਦੇ ਜ਼ਿੰਦਗੀ ਵਿੱਚ ਸੰਗਤ ਨਹੀਂ ਕੀਤੀ, ਫਿਰ ਪਾਤਸ਼ਾਹ ਕਹਿੰਦੇ ਤੇਰਾ ਜੀਵਨ ਉਸ ਖੇਤ ਵਿੱਚ ਗੱਡੇ ਹੋਏ ਡਰਨੇ ਵਰਗਾ ਹੈ, ਜਿਹਨੂੰ ਮੈਲੇ ਕੁਚੈਲੇ ਕੱਪੜੇ ਪਹਿਨਾਏ ਜਾਂਦੇ ਆ ਜਾਨਵਰਾਂ ਨੂੰ ਡਰਾਉਣ ਵਾਸਤੇ। ਨਾਮ ਵਿਹੂਣਾ ਆਦਮੀ ਧ੍ਰਿਗ ਜੀਵਨ ਕਰਮ ਕਰੇ। ਸਤਿਗੁਰੂ ਜੀ ਨੇ ਕਿਹਾ ਸੀ ਨਾ, ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੈ ਸਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ। ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾ। ਕਹਿੰਦੇ ਉਹਦੀ ਜ਼ਿੰਦਗੀ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਉਂ ਡਰਨਾ ਖੇਤ ਮਾਹੇ ਡਰਾਇਆ। ਕਹਿੰਦੇ ਉਸ ਖੇਤ ਵਿੱਚ ਗੱਡੇ ਹੋਏ ਡਰਨੇ ਵਰਗੀ ਜ਼ਿੰਦਗੀ ਹੁੰਦੀ ਹੈ। ਭਾਵੇਂ 1 ਲੱਖ ਦੇ ਵਸਤਰ ਪਹਿਨੇ ਆ, ਭਾਵੇਂ 1 ਕਰੋੜ ਦੇ ਪਹਿਨੇ ਆ, ਪਰ ਉਹ ਕਿਸੇ ਵੀ ਕੰਮ ਨਹੀਂ ਹਨ। ਸਗਲ ਸਰੀਰ ਆਵਤ ਸਭ ਕਾਮ। ਅਗਲੀ ਪੰਕਤੀ ਵਿੱਚ ਪਾਤਸ਼ਾਹ ਕਹਿੰਦੇ ਸਗਲ ਸਰੀਰ ਆਵਤ ਸਭ ਕਾਮ। ਇਹ ਸਰੀਰ ਹਰ ਇੱਕ ਕੰਮ ਆਉਂਦਾ ਹੈ, ਕੰਮ ਵੀ ਕਰਦਾ ਹੈ, ਵਣਜ ਵੀ ਕਰਦਾ ਹੈ, ਵਪਾਰ ਵੀ ਕਰਦਾ ਹੈ, ਖੇਤੀ ਬਾਹੀ ਵੀ ਕਰਦਾ ਹੈ, ਹੋਰ ਵੀ ਪਾਤਸ਼ਾਹ ਕਹਿੰਦੇ ਇਹ ਅਨੇਕਾਂ ਤਰ੍ਹਾਂ ਦੇ ਕੰਮ ਸਵਾਰਨੇ ਕਰਦਾ ਹੈ। ਪਰ ਅਗਲੀ ਪੰਕਤੀ ਵਿੱਚ ਪਾਤਸ਼ਾਹ ਅੱਗੇ ਕਹਿੰਦੇ ਹਨ ਨਹਿ ਫਲ ਮਾਨੁਖ ਜਪੈ ਨਹੀਂ ਨਾਮ। ਜਿੱਦਾਂ ਆਪਾਂ ਪਾਵਨ ਪੰਕਤੀ ਪੜ੍ਹਦੇ ਆਂ, ਅਵਰ ਕਾਜ ਤੇਰੇ ਕਿਤੈ ਨ ਕਾਮ। ਸੰਸਾਰ ਨੂੰ ਚਲਾਉਣ ਵਾਸਤੇ ਭਾਵੇਂ ਇਹ ਤੇਰੇ ਕੰਮ ਸਫਲੇ ਹਨ, ਤੈਨੂੰ ਲੋੜੀਂਦਾ ਨੇ, ਜ਼ਰੂਰੀ ਹਨ, ਤੂੰ ਕਰਦਾ ਹੈ, ਬੱਚੇ ਪਾਲਨੇ, ਸਾਰਾ ਕੁਝ ਕਰਨਾ।
ਸੰਸਾਰਿਕ ਤੌਰ ਤੇ ਸਤਿਗੁਰੂ ਕਹਿੰਦੇ ਸਭ ਕੁਝ ਠੀਕ ਹੈ, ਸਗਲ ਸਰੀਰ ਆਵਤ ਸਭ ਕੰਮ, ਸਾਰੇ ਕੰਮ ਇਹ ਸਰੀਰ ਕਰਦਾ ਹੈ। ਪਰ ਅੱਗੇ ਸਤਿਗੁਰੂ ਕਹਿੰਦੇ ਨਿਹ ਫਲ ਮਾਨੁਖ ਜਪੈ ਨਹੀਂ ਨਾਮ। ਜੇ ਦਰਗਾਹ ਦੀ ਗੱਲ ਕरें, ਜੇ ਪ੍ਰਵਾਨ ਹੋਣ ਦੀ ਗੱਲ ਕरें, ਪਾਤਸ਼ਾਹ ਕਹਿੰਦੇ ਬਸ ਇੱਕੋ ਚੀਜ਼ ਹੈ ਜਿਸ ਵਾਸਤੇ ਇਹ ਸਰੀਰ ਮਨਾ ਕਰਦਾ, ਉਹ ਬਾਣੀ ਪੜ੍ਹਨੀ ਜਾਂ ਉਸ ਮਾਲਕ ਦਾ ਨਾਮ ਜਪਣਾ। ਉਹਦੇ ਵਾਸਤੇ ਇਹ ਸਰੀਰ ਰਾਜੀ ਨਹੀਂ ਹੁੰਦਾ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ, ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਹੋਰ ਹਰ ਇੱਕ ਕੰਮ ਵਾਸਤੇ ਇਹ ਰਾਜੀ ਹੈ। ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਵੇਲਾ, ਪੈ ਪੈ ਸੋਇਆ। ਕਦੇ ਨਿੰਦਿਆ ਕਰਨ ਵਾਸਤੇ ਮਨਾ ਨਹੀਂ ਕਰਦਾ, ਕਦੇ ਚੁਗਲੀ ਈਰਖਾ ਕਰਨ ਵਾਸਤੇ ਮਨਾ ਨਹੀਂ ਕਰਦਾ, ਕਦੇ ਕਿਸੇ ਦੇ ਜੀਵਨ ਨੂੰ ਬਰਬਾਦ ਕਰਨ ਵਾਸਤੇ ਮਨਾ ਨਹੀਂ ਕਰਦਾ। ਪਰ ਜੇ ਮਨਾ ਕਰਦਾ ਤੇ ਪਰ ਉਪਕਾਰ ਤੇ ਨਾਮ ਜਪਣ ਵਾਸਤੇ ਮਨਾ ਕਰਦਾ। ਮੈਂ ਨਹੀਂ ਕਹਿੰਦਾ, ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਸਗਲ ਸਰੀਰ ਆਵਤ ਸਭ ਕਾਮ, ਨਿਹ ਫਲ ਮਾਨੁਖ ਜਪੈ ਨਹੀਂ ਨਾਮ। ਕਹਿੰਦੇ ਬਸ ਇੱਕ ਬੰਦਗੀ ਹੈ ਜਿਸ ਨੂੰ ਕਰਨ ਤੋਂ ਇਹ ਮਨਾ ਕਰਦਾ, ਇਹਦਾ ਚਿੱਤ ਨਹੀਂ ਕਰਦਾ। ਪਰ ਸਤਿਗੁਰੂ ਕਹਿੰਦੇ ਇਸ ਤੋਂ ਬਿਨਾਂ ਇਹ ਸਾਰਾ ਹੀ ਜੀਵਨ ਨਿਹ ਫਲ ਹੈ। ਸਾਰਾ ਹੀ ਜੀਵਨ ਕਿਸੇ ਕੰਮ ਨਹੀਂ, ਕਿਸੇ ਕਾਜ ਨਹੀਂ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ ਓਏ, ਜੇ ਆਵੇ ਆਸ ਕਰ ਜਾਏ ਨਿਰਾਸੇ। ਕਿਤ ਫਲ ਫਿੱਕੇ ਫੁੱਲ ਬਕ ਬਕੇ, ਕਾਮ ਨ ਆਵੇ ਪਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਇਹ ਸਿਮਲ ਦੇ ਰੁੱਖ ਵਰਗਾ ਹੋ ਜਾਂਦਾ ਉਸ ਮਾਲਕ ਦੇ ਨਾਮ ਤੋਂ ਬਿਨਾਂ ਇਹਦਾ ਕੁਝ ਵੀ। ਪਾਤਸ਼ਾਹ ਕਹਿੰਦੇ ਫਿਰ ਕੋਈ ਵੀ ਕੰਮ ਸਵਾਰਨ ਦੇ ਇਹ ਮਨੁੱਖ ਨਹੀਂ ਆਉਂਦਾ। ਇਸ ਕਰਕੇ ਅੱਗੇ ਸਤਿਗੁਰੂ ਕਹਿੰਦੇ ਹਨ ਕਹੋ ਨਾਨਕ ਜਾ ਕੋ ਪਏ ਦਇਆਲਾ। ਫਿਰ ਅੱਗੇ ਸ਼ਬਦ ਦੇ ਬੰਦ ਦੀ ਸਮਾਪਤੀ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਰਦੇ ਨੇ। ਪਾਤਸ਼ਾਹ ਕਹਿੰਦੇ ਇਹ ਤੇ ਸੀ ਨਾਮ ਤੋਂ ਖੁੰਝੇ ਹੋਇਆਂ ਦੀ ਗੱਲ, ਸਾਧ ਸੰਗਤ ਤੋਂ ਖੁੰਝੇ ਹੋਇਆਂ ਦੀ ਗੱਲ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਅਜ਼ਾਈਂ ਗਵਾ ਲਿਆ ਇਸ ਕੀਮਤੀ ਖਜ਼ਾਨੇ ਨੂੰ। ਜਿਹੜਾ ਖਜ਼ਾਨਾ ਉਸ ਮਾਲਕ ਨੂੰ ਮਿਲਿਆ ਸੀ, ਗੁਣਾ ਗਵਾਈ ਗੰਠੜੀ, ਅਵਗੁਣ ਚੱਲੀ ਬਨ ਰਹਿਣ ਗਵਾਈ, ਸੋਏ ਕੈ ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ, ਤੂੰ ਆਹੋਂ ਕਿਹੜੇ ਕੰਮ। ਜਿਨ੍ਹਾਂ ਨੇ ਇਦਾਂ ਜੀਵਨ ਨੂੰ ਬਰਬਾਦ ਕੀਤਾ, ਸਤਿਗੁਰੂ ਕਹਿੰਦੇ ਉਹਨਾਂ ਦੀ ਸਟੇਜ ਇੱਥੇ ਆ ਗਈ। ਫਰੀਦਾ ਦਰਿਆਵੇ ਕੰਨੇ ਬਗੁਲਾ, ਬੈਠਾ ਕੇਲ ਕਰੇ ਕੇਲ ਕਰੀਂਦੇ, ਹੰਝ ਨੋ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਬਿਸਰੀਆਂ, ਜੋ ਮਨ ਚਿਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ। ਇੱਥੇ ਆ ਕੇ ਜ਼ਿੰਦਗੀ ਖੜ ਗਈ। ਹੁਣ ਕਦੇ ਵੀ ਇਹ ਜ਼ਿੰਦਗੀ ਜਾ ਸਕਦੀ ਹੈ, ਕਦੇ ਵੀ। ਫਿਰ ਸਤਿਗੁਰੂ ਕਹਿੰਦੇ ਪਛਤਾਵਾ ਰਹਿ ਗਿਆ। ਪਰ ਜਿਨ੍ਹਾਂ ਤੇ ਕਿਰਪਾ ਕੀਤੀ ਉਸ ਮਾਲਕ ਨੇ, ਕਹੋ ਨਾਨਕ ਜਾ ਕੋ ਭਏ ਦਇਆਲਾ। ਜਿਹਦੇ ਉੱਪਰ ਉਹ ਮਾਲਕ ਨੇ ਰਹਿਮਤ ਕੀਤੀ, ਦਇਆ ਕੀਤੀ, ਆਪਣੀ ਨਜ਼ਰ ਜਿਸ ਮਨੁੱਖ ਦੇ ਉੱਪਰ ਕਰਨੀ ਕੀਤੀ। ਸਾਧ ਸੰਗ ਮਿਲ ਭਜੈ ਗੋਪਾਲਾ। ਸਤਿਗੁਰੂ ਕਹਿੰਦੇ ਉਹਨਾਂ ਨੇ ਸਤ ਸੰਗਤ ਦੇ ਵਿੱਚ ਮਿਲ ਕੇ, ਸਾਧ ਸੰਗਤ ਦੇ ਵਿੱਚ ਮਿਲ ਕੇ, ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਉਸ ਮਾਲਕ ਨਾਲ, ਪਰਮੇਸ਼ਰ ਨਾਲ ਸਾਂਝ ਬਣਾਉਣੀ ਕੀਤੀ। ਆਪਣੇ ਜੀਵਨ ਨੂੰ ਪ੍ਰਵਾਨ ਕਰਵਾਇਆ। ਕੱਲ ਦੇ ਪ੍ਰਸੰਗ ਦੇ ਵਿੱਚ ਵੀ ਆਪਾਂ ਜ਼ਿਕਰ ਕੀਤਾ ਸੀ ਉਸ ਮਾਲਕ ਦੀ ਨਦਰ ਦਾ, ਕਿ ਨਦਰ ਕਰੈ ਜਿਸ ਆਪਣੀ ਤਿਸ ਲਾਏ ਹੇਤ ਪਿਆਰ। ਜਿਹਦੇ ਉੱਪਰ ਨਦਰ ਕੀਤੀ ਉਹਨੇ ਆਪਣਾ ਸੁਖ ਵਾਲਾ ਜਿਹੜਾ ਨਾਮ ਉਸ ਮਨੁੱਖ ਦੀ ਝੋਲੀ ਪਾ ਦਿੱਤਾ। ਕਹੋ ਨਾਨਕ ਜਾ ਕੋ ਭਏ ਦਇਆਲਾ, ਸਾਧ ਸੰਗ ਮਿਲ ਭਜੈ ਗੋਪਾਲਾ। ਗੋਪਾਲ ਕਹਿੰਦੇ ਇਸ ਧਰਤੀ ਦੀ ਪਾਲਣਾ ਕਰਨ ਵਾਲਾ, ਇਸ ਧਰਤੀ ਦੀ ਰੱਖਿਆ ਕਰਨ ਵਾਲਾ, ਸੰਭਾਲ ਕਰਨ ਵਾਲਾ। ਫਿਰ ਉਸ ਜਨ ਦੀ ਪ੍ਰੀਤ ਉਸ ਧਰਤੀ ਦੇ ਮਾਲਕ ਨਾਲ ਬਣ ਗਈ। ਧਰਤੀ ਦੇ ਸ੍ਰਿਸ਼ਟੀ ਦੀ ਸੰਭਾਲ ਕਰਨ ਵਾਲੇ ਪਰਮੇਸ਼ਰ ਦੇ ਨਾਲ ਉਹਦਾ ਮਨ ਜੁੜ ਗਿਆ ਤੇ ਉਹਦੀ ਜ਼ਿੰਦਗੀ ਇਸ ਸੰਸਾਰ ਤੇ ਆ ਕੇ ਪ੍ਰਵਾਨ ਹੋ ਗਈ। ਸਤਿਗੁਰੂ ਪਾਤਸ਼ਾਹ ਕਹਿੰਦੇ ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਕਿਉਂਕਿ ਰੱਖਣ ਵਾਲਾ, ਪਾਲਣ ਕਰਨ ਵਾਲਾ ਉਹੀ ਮਾਲਕ ਹੈ। ਜਿਹਦੀ ਉਹਦੇ ਨਾਲ ਸਾਂਝ ਬਣੀ, ਉਹਨੂੰ ਜ਼ਿੰਦਗੀ ਦਾ ਮੂਲ ਸਮਝ ਆ ਗਿਆ। ਤੇ ਅੱਜ ਦੇ ਇਸ ਪਾਵਨ ਸ਼ਬਦ ਦਾ ਜਿਹੜਾ ਸਾਰ ਹੈ, ਸਿਧਾਂਤ ਹੈ, ਉਹ ਇਹੀ ਹੈ ਕਿ ਜਿਹੜਾ ਮਨੁੱਖ ਸੰਗਤ ਨਾਲ ਜੁੜਿਆ ਉਹ ਤਰ ਗਿਆ, ਜਿਹੜਾ ਸੰਗਤ ਤੋਂ ਵਿਹੂਣਾ ਰਹਿ ਗਿਆ, ਪਾਤਸ਼ਾਹ ਕਹਿੰਦੇ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਜ਼ਿੰਦਗੀ ਉਹਦੀ ਪਸ਼ੂਆਂ ਦੇ, ਜਾਨਵਰਾਂ ਦੇ ਤੁੱਲ ਭੋਗ ਜੂਨੀ ਬਣ ਕੇ ਰਹਿ ਜਾਂਦੀ ਹੈ।
ਸਤਿਗੁਰੂ ਪਾਤਸ਼ਾਹ ਕਹਿੰਦੇ ਜ਼ਿੰਦਗੀ ਦੇ ਮੂਲ ਨੂੰ ਗਵਾ ਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਜ਼ਿੰਦਗੀ ਦੇ ਮੂਲ ਨੂੰ ਗਵਾ ਕੇ ਇਸ ਸੰਸਾਰ ਤੋਂ ਚਲਿਆ ਜਾਂਦਾ ਹੈ। ਪੂਰਾ ਸ਼ਬਦ ਪਾਤਸ਼ਾਹ ਕਹਿੰਦੇ ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਧਿਓ ਚੋਰ, ਮਿਰਤਕ ਦੇਹ ਸਾਧ ਸੰਗ ਬਿਹੂਨਾ, ਆਵਤ ਜਾਤ ਜੋਨੀ ਦੁਖ ਖੀਨਾ, ਅਨਕ ਬਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮਾਹੇ ਡਰਾਇਆ, ਸਗਲ ਸਰੀਰ ਆਵਤ ਸਭ ਕਾਮ, ਨਿਹਫਲ ਮਾਨੁਖ ਜਪੈ ਨਹੀਂ ਨਾਮ। ਸੋ ਸਤਿਗੁਰੂ ਕਿਰਪਾ ਕਰਨ ਇਸ ਬਾਣੀ ਦਾ ਸਿਧਾਂਤ ਸਾਡੇ ਸਮਝ ਵਿੱਚ ਪੈ ਜਾਵੇ। ਸਾਧ ਸੰਗਤ ਦੇ ਵਿੱਚ ਬਿਤਾਈਆਂ ਹੋਈਆਂ ਘੜੀਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਹਮੇਲੇ ਦੇ ਭਾਗੀ ਬਣ ਸਕੀਏ। ਆਓ ਸਰਬਤ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦਾ। ਸਤਿਗੁਰੂ ਰਹਿਮਤ ਕਰਨ ਕਿਰਪਾ ਕਿਨਕਾ ਏਕ ਜਿਸ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨ ਆਵੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਦਾਰੋ। ਵਾਹਿਗੁਰੂ 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 ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰਨੋ ਨਿਤ ਆਵੈ ਤਾਈ ਕਰਨੋ ਨਿਤ ਆਵੈ ਤਾਈ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰਨੋ ਨਿਤ ਆਵੈ ਤਾਈ ਕਰਨੋ ਨਿਤ ਆਵੈ ਤਾਈ
ਹੋਏ ਸਹਾਈ, ਸਭ ਥਾਈ ਹੋਏ ਸਹਾਈ। ਸਲੋਕ ਪਵਨ ਗੁਰੂ ਬਾਣੀ ਪਿਤਾ, ਮਾਤਾ ਧਰਤ ਮਹਤ ਦਿਵਸ ਰਾਤ। ਚੰਗਿਆਈਆਂ ਬੁਰਿਆਈਆਂ ਵਾਤੈ ਧਰਮ, ਕਰਮੀ ਆਪੋ ਆਪਣੀ ਕੇ ਨੇੜੇ ਕੇ। ਜਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਜਨੀ ਨਾਮ ਧਿਆਇਆ ਗਏ ਮਸਕਤ, ਨਾਨਕ ਤੇ ਮੁਖ ਉਜਲੇ ਕੀਤੀ ਛੁਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।